ਮੈਨੂੰ ਲੱਗਦਾ ਪਾਕਿਸਤਾਨ ਇਜ਼ ਮੋਰ ਬੋਟ ਕੈਚਰ ਹੂੰ ਸਲੋਗਨ ਜਿਹੜਾ ਬਣ ਗਿਆ ਇੰਡੀਆ ਦੇ ਵਿੱਚ, ਉਹ ਦੁਸ਼ਮਣ ਐਡਾ ਨਹੀਂ ਰਿਹਾ। ਵੱਡਾ ਜਿਹੜਾ ਤੁਹਾਡਾ ਦੁਸ਼ਮਣ ਆ ਉਹ ਚਾਈਨਾ ਬਣਦਾ ਜਾ ਰਿਹਾ ਹੈ। ਮੈਂ ਉੱਥੇ ਸੀਗਾ ਉਦੋਂ, ਸਭ ਤੋਂ ਪਹਿਲੀ ਜਿਹੜੀ ਖਬਰ ਆਈ, ਹੂੰ ਜਿਹੜੀ ਚਲਾਈ ਗਈ, ਬੜਾ ਬੁਰੀ ਤਰ੍ਹਾਂ ਨਾਲ ਚਲਾਈ ਗਈ, ਮੈਂ ਕਹਾਂਗਾ ਹੂੰ ਕਿ ਜੀ ਉਹਨਾਂ ਨੇ ਧਰਮ ਪੁੱਛ ਕੇ ਮਾਰਾ ਗਿਆ, ਪਹਿਲੀ ਖਬਰ ਇਹ ਸੀ ਹੈਡਲਾਈਨ। ਤੇ ਉਸ ਤੋਂ ਬਾਅਦ ਇਹਨੂੰ ਕਾਊਂਟਰ ਕੀਤਾ ਕਿ ਨਹੀਂ, ਉਹ ਕਾਊਂਟਰ ਕਿਹਨੇ ਕੀਤਾ? ਜਿਹੜੇ ਉਹਨਾਂ ਦੇ ਪਰਿਵਾਰ ਸੀਗੇ, ਜਿਹੜੇ ਬੰਦੇ ਜਿਹੜੇ ਵਿਕਟਮ ਸੀ, ਉਹਨਾਂ ਦੇ ਪਰਿਵਾਰ ਨੇ ਕਿਹਾ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਉੱਥੇ। ਬਟ ਇਹਨੂੰ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਸਪੈਸੀਫਿਕ ਧਰਮ ਦੇ ਉੱਤੇ ਅਟੈਕ ਕੀਤਾ ਗਿਆ, ਉਹਨੂੰ ਨੈਸ਼ਨਲਿਜ਼ਮ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਦਾ ਰਿਟੋਰਿਕ ਇੱਕ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦਾ एक नैरेटिव सेट करने की कोशिश की थी। बट वो जो मोदी साहब का शायद सबसे खराब बयान था इस बार कि बेअसर था। मुझे तो बिल्कुल कोई फील नहीं हुआ, ना मुझे कुछ हैरत हुई, मुझे लगा कि बहुत थक गए थे। मैं ਤੁਹਾਨੂੰ ਦੱਸ ਦਿੰਦਾ, ਤੁਹਾਨੂੰ ਉਸ ਜਗ੍ਹਾ ਨਾਲ ਦੇਖੀਏ ਕਿਤੇ ਨਾ ਕਿਤੇ ਕਮਜ਼ੋਰ ਬੈਕਫੁੱਟ ਤੇ ਦਿਖ ਰਹੀ ਹੈ ਵੀ ਚੀਜ਼। ਤੁਸੀਂ ਕਹਿੰਦੇ ਕੁਛ ਹੋ, ਕਰਦੇ ਕੁਛ ਹੋ, ਦੱਸਦੇ ਕੁਛ ਹੋ, ਐਕਚੁਅਲ 'ਚ ਕੁਛ ਹੁੰਦਾ। ਸੋ ਜਦੋਂ ਤੁਸੀਂ ਸਵਾਲ ਪੁੱਛਦੇ ਹੋ ਜਾਂ ਤੁਸੀਂ ਕੋਈ ਫੈਕਟ ਲੈ ਕੇ ਜਾਂਦੇ ਹੋ, ਤੁਸੀਂ ਐਂਟੀ ਨੈਸ਼ਨਲ, ਤੁਹਾਨੂੰ ਟਰੋਲ ਕੀਤਾ ਜਾਏਗਾ। ਓਪੋਜੀਸ਼ਨ ਦਾ ਕੋਈ ਲੀਡਰ ਸਵਾਲ ਪੁੱਛੇਗਾ, ਉਹਨੂੰ ਕਹਿਣਗੇ ਤੁਸੀਂ ਸਾਡਾ ਰਾਜਨੀਤੀਕਰਨ ਕਰਦੇ ਹੋ ਇਸ ਚੀਜ਼ ਦਾ, ਤੇ ਫਿਰ ਸਵਾਲ ਕਿਹਨੂੰ ਪੁੱਛਿਆ ਜਾਏਗਾ? ਇੰਡੀਆ ਦੇ ਵਿੱਚ ਉਲਟਾ ਹੋ ਰਿਹਾ ਹੈ। ਜਦੋਂ ਬਾਕੀ ਜਿਹੜੇ ਡੈਮੋਕ੍ਰੇਸੀਜ਼ ਹੈ ਨਾ ਵਰਲਡ ਦੇ ਵਿੱਚ, ਉਹਦੇ ਵਿੱਚ ਜਿਹੜੀ ਸਰਕਾਰ ਆ ਉਹਨੂੰ ਤੁਸੀਂ ਇੱਕ ਜ਼ਿੰਮੇਵਾਰ ਠਹਿਰਾਉਣਾ ਹੁੰਦਾ, ਉਹਦੀ ਇੱਕ ਅਕਾਊਂਟੇਬਿਲਿਟੀ ਹੁੰਦੀ ਹੈ। ਇੰਡੀਆ ਦੇ ਵਿੱਚ ਉਲਟਾ ਹੋ ਰਿਹਾ ਹੈ। ਆਪੋਜੀਸ਼ਨ ਇੰਡੀਆ ਦੇ ਵਿੱਚ ਸਾਰਾ ਮੀਡੀਆ ਆਪੋਜੀਸ਼ਨ ਨੂੰ ਕੁਐਸਚਨ ਕਰਦਾ, ਉੱਥੇ ਸਰਕਾਰ ਨੂੰ ਕੁਐਸਚਨ ਨਹੀਂ ਕੀਤਾ ਜਾਂਦਾ। ਜਿਹੜਾ ਤੁਸੀਂ ਆਪਰੇਸ਼ਨ ਸੰਦੂਰ ਦੀ ਗੱਲ ਕੀਤੀ ਹੈ ਕਿ ਇਹ 'ਚ ਮਿਲਿਆ ਕੀ ਸਾਨੂੰ। ऑपोजिशन ने अच्छे पूछे हैं। अखिलेश यादव के भी मैं देख रहा था, अच्छे सवाल हैं, ये ऑपोजिशन को पूछने ही चाहिए, किसी भी जिम्मेदार पार्टी को भी पूछना चाहिए, लीडर को पूछना चाहिए। सरकार का रवैया ये है, क्योंकि सरकार को भी समझ में आ गया कि मीडिया ये एम्पलीफाई करेगा सरकार की आवाज को, कि कोई तो पूरा बयान मैं एक छोटा सा हिस्सा ही चला रहा हूँ, पेश नजर है। Donald Trump has said 29 times, 29 times he said, 29 बार उन्होंने बोला कि भैया मैंने सीज फायर करवाया है। अच्छा, अगर वो झूठ बोल रहे हैं तो अपने भाषण में यहां प्रधानमंत्री कह दे कि वो झूठ बोल रहे हैं। यहां पे अगर दम है तो यहां पे प्रधानमंत्री बोल दे कि हाँ सो कौन है। If he has the courage, if he has the courage, if he has the courage of Indira Gandhi, yes, let him say here, let him say here that Donald Trump, you're a liar, that you did not make a ceasefire, and that we did not lose any planes. Let him say it, if he has the courage. 50% भी है इंदिरा गांधी का, तो यहां बोल दे। अगर दम है, अगर सचमुच में दम है, तो आज शाम यहां प्रधानमंत्री को कह देना चाहिए डोनाल्ड ट्रंप इज अ लायर, झूठ बोल रहा है डोनाल्ड ट्रंप। इसको कहते हैं थ्रोइंग द गॉन्टलेट, अंग्रेजी में एक मुहावरा है कि डेयर दिया उनको, लेकिन उन्होंने डेयर लिया नहीं। आइए जगदीप सिंह को खुशामदीद कहते हैं, अपने शो में शामिल करते हैं। सत श्री अकाल जी, आए नो जगदीप। ਮਨੀ ਜੀ ਤੁਹਾਡਾ ਧੰਨਵਾਦ ਮੈਨੂੰ ਬੁਲਾਉਣ ਲਈ ਸ਼ੋਅ ਦੇ ਵਿੱਚ, ਤੇ ਬੜਾ ਹੀ ਇੱਕ ਇੰਪੋਰਟੈਂਟ ਮੌਜੂ ਜਿਹੜਾ ਅੱਜ ਮੈਂ ਸਵੇਰੇ ਵੀ ਆਪਣੇ ਸ਼ੋਅ ਦੇ ਵਿੱਚ ਡਿਸਕਸ ਕੀਤਾ ਸੀ, ਤੇ ਅੱਜ ਵੀ ਇਹੀ ਗੱਲ ਹੋ ਰਹੀ ਸੀ ਸਾਡੀ। ਜਿਵੇਂ ਤੁਸੀਂ ਰਾਹੁਲ ਗਾਂਧੀ ਦਾ ਜਿਹੜਾ ਪਾਰਟ ਸੁਣਾਇਆ, ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਥੋੜਾ ਜਿਹਾ ਅੱਗੇ ਹੋਰ ਜੇ ਆਪਾਂ ਸੁਣੀਏ, ਉਹਨਾਂ ਨੇ ਬਾਰ-ਬਾਰ ਕੁਐਸਚਨ ਇਹ ਕੀਤਾ ਕਿ ਤੁਸੀਂ ਇਹ ਕਹੋ ਕਿ ਟਰੰਪ ਨੇ ਝੂਠ ਬੋਲਿਆ। ਮੋਦੀ ਸਾਹਿਬ ਦਾ ਜਿਹੜਾ ਜਵਾਬ ਸੀਗਾ, ਤੁਸੀਂ ਜੇ ਉਹਨੂੰ ਧਿਆਨ ਨਾਲ ਪੜ੍ਹੋ ਜਾਂ ਸੁਣੋ, ਉਹਦੇ ਵਿੱਚ ਦੋ ਚੀਜ਼ਾਂ ਸੀਗੀਆਂ। ਉਹਦੇ ਵਿੱਚੋਂ ਕਿਤੇ ਇਹ ਕਲੀਅਰ ਨਹੀਂ ਹੋਇਆ ਕਿ ਜੇ ਟਰੰਪ ਨੇ ਕਿਹਾ ਤਾਂ ਕਿਉਂ ਕਿਹਾ, ਉਹਨਾਂ ਦਾ ਕੋਈ ਕਲੀਅਰ ਨਹੀਂ ਕੀਤਾ। ਉਹਨਾਂ ਨੇ ਉਹ ਇਮੋਸ਼ਨਲ ਭਾਸ਼ਣ ਜ਼ਿਆਦਾ ਸੀਗਾ, ਫੈਕਚੁਅਲ ਮੈਨੂੰ ਘੱਟ ਲੱਗਿਆ, ਫੈਕਚੁਅਲ ਨਹੀਂ ਸੀ। ਸੈਕਿੰਡ ਜਿਹੜਾ ਦੂਜਾ ਭਾਸ਼ਣ ਸੀਗਾ, ਜਿਹੜਾ ਕਿ ਮੈਨੂੰ ਲੱਗਦਾ ਨੋਟਿਸ ਕਰਨਾ ਚਾਹੀਦਾ, ਉਹ ਹੈਗਾ ਸੀ ਪ੍ਰਿਯੰਕਾ ਗਾਂਧੀ ਦਾ, ਜਿੱਥੇ ਇਹ ਘਟਨਾ ਹੋਈ ਪਹਿਲਗਾਮ ਦੀ, ਜਿੱਥੇ ਸਾਰਾ ਮਸਲਾ ਹੋਇਆ। ਉਹਨਾਂ ਨੇ ਕਿਹਾ ਕਿ ਉੱਥੇ ਤੁਹਾਡੀ ਸਿਕਿਉਰਿਟੀ ਕਰ ਕੀ ਰਹੀ ਸੀ। ਕਸ਼ਮੀਰ ਇੱਕ ਤੁਹਾਨੂੰ ਪਤਾ ਸੈਂਸਿਟਿਵ ਇੱਕ ਸਟੇਟ ਹੈ, ਉੱਥੇ ਅਕਸਰ ਹੀ ਇਸ ਦਹਿਸ਼ਤਗਰਦੀ ਦੇ ਬਾਰੇ ਅਕਸਰ ਹੀ ਗੱਲਾਂ ਹੁੰਦੀਆਂ ਕੀ ਹੁੰਦਾ, ਤੇ ਉਹ ਇੱਕ ਜਿਹੜੀ ਵਿਸਾਰਨ ਜਿਹੜੀ ਜਗ੍ਹਾ ਹੈ ਜਿੱਥੇ ਹੋਇਆ, ਉਹ ਬੜੀ ਟੂਰਿਸਟ ਇੱਕ ਹੱਬ ਹੈ ਬਹੁਤ ਵੱਡਾ। ਮੈਂ ਜਦੋਂ ਲਾਸਟ ਸੀਗਾ ਉੱਥੇ, ਮੇਰੇ ਇੱਕ ਦੋਸਤ ਉੱਥੇ ਰਹਿੰਦੇ ਨੇ, ਮੈਂ ਉਹਨੂੰ ਪੁੱਛਿਆ ਸੀ, ਉਹ ਇਸ ਹਮਲੇ ਤੋਂ ਪਹਿਲਾਂ ਬੜੇ ਖੁਸ਼ ਸੀਗੇ ਕਿ ਟੂਰਿਸਟ ਬੜੇ ਆ ਰਹੇ ਨੇ। ਤੇ ਪ੍ਰਿਯੰਕਾ ਗਾਂਧੀ ਨੇ ਇਹ ਸਵਾਲ ਚੁੱਕਿਆ ਕਿ ਉੱਥੇ ਸਿਕਿਉਰਿਟੀ ਫੋਰਸਿਸ ਹੈ ਕਿੱਥੇ ਸੀ, ਸਿਕਿਉਰਿਟੀ ਕਿੱਥੇ ਸੀ ਉੱਥੇ। ਅਦਰਵਾਈਜ਼ ਤਾਂ ਇੰਡੀਆ ਦਾ ਕਲਚਰ ਹੈ ਕਿ ਇੱਕ MLA ਦੇ ਨਾਲ 15 ਸਿਕਿਉਰਿਟੀ ਗਾਰਡ ਕਿਉਂ ਨਹੀਂ ਉੱਥੇ ਸਿਕਿਉਰਿਟੀ ਦੀ ਜ਼ਿੰਮੇਵਾਰੀ ਕਿ ਉੱਥੇ ਕਿਸੇ ਨੇ ਹਜੇ ਤੱਕ ਕੋਈ ਜ਼ਿੰਮੇਵਾਰੀ ਨਹੀਂ ਲਈ, ਉਹਦੇ ਬਾਰੇ ਕੋਈ ਗੱਲ ਹਜੇ ਉਹ ਜਿਹੜੀ ਗੱਲ ਹੋਣੀ ਚਾਹੀਦੀ ਉਹ ਨਹੀਂ ਹੋਈ। ਸੈਕਿੰਡ,
ट्रंप वाले मामले ਦੇ ਉੱਤੇ ਬੀਜੇਪੀ ਕਿਤੇ ਨਾ ਕਿਤੇ ਬੈਕਫੁੱਟ ਤੇ ਸੀਗੀ ਦਿਸ ਇਜ਼ ਵੈਰੀ ਕਲੀਅਰ उन्होंने वो डेयर लिया नहीं, मतलब मोदी साहब ने अपने भाषण में 2 घंटों तक चला वो, बिल्कुल उस पे उन्होंने कहा कि दुनिया के किसी भी लीडर ने भारत को रोका नहीं या बोला नहीं कि भाई अपना हमला बंद कीजिए। साथ ही साथ वाइस प्रेसिडेंट साहब जेडी वैंस साहब की बात कर रहे थे कि मुझे कॉल करते रहे 9 तारीख को, लेकिन मैंने कॉल उठाया नहीं, मैं बिजी था अपनी फौज के ना, बाद में कॉल बैक किया। तो वो दिखाने की कोशिश करेगी कि अमेरिकन प्रेशर नहीं था, लेकिन जो डेयर दिया था कि ट्रम्प साहब के बारे में बोल के दिखाइए, वो बोले नहीं। दूसरे चाइना के भी नाम नहीं लिया। ਚਾਈਨਾ ਦੀ ਗੱਲ ਰਾਹੁਲ ਗਾਂਧੀ ਨੇ ਚਾਈਨਾ ਤੇ ਪਾਕਿਸਤਾਨ ਦੀ ਜਿਹੜੀ ਮਿਲਟਰੀ ਕੋਲੈਬੋਰੇਸ਼ਨ ਉਹਦੇ ਬਾਰੇ ਗੱਲ ਕੀਤੀ। ਹਾਂ, ਮੋਦੀ ਜੀ ਨੇ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ। ਬਿਲਕੁਲ। ਦੇਖੋ ਮਨੀ ਜੀ, ਜਿੰਨਾ ਆਪਾਂ ਜਿਹੜੀ ਸਟ੍ਰੈਟਜਿਕ ਜਿਹੜੀ ਸਟੱਡੀ ਇਹਨੂੰ ਪੜ੍ਹੀਏ, ਜਿਓਪੋਲਿਟੀਕਲ ਸਾਰਾ ਤੁਸੀਂ ਇੰਡੀਆ ਦਾ ਦੇਖੋ, ਮੈਨੂੰ ਲੱਗਦਾ ਪਾਕਿਸਤਾਨ ਇਜ਼ ਮੋਰ ਬੋਟ ਕੈਚਰ ਸਲੋਗਨ ਜਿਹੜਾ ਬਣ ਗਿਆ ਇੰਡੀਆ ਦੇ ਵਿੱਚ, ਉਹ ਦੁਸ਼ਮਣ ਐਡਾ ਨਹੀਂ ਰਿਹਾ। ਵੱਡਾ ਜਿਹੜਾ ਤੁਹਾਡਾ ਦੁਸ਼ਮਣ ਆ ਉਹ ਚਾਈਨਾ ਬਣਦਾ ਜਾ ਰਿਹਾ, ਇਹਨੂੰ ਲਗਾਤਾਰ ਇਗਨੋਰ ਕੀਤਾ ਜਾਂਦਾ ਹੈ। ਪਾਕਿਸਤਾਨ ਜਦੋਂ ਵੋਟਾਂ ਇੰਡੀਆ ਦੇ ਵਿੱਚ ਕਦੇ ਹੁੰਦੀਆਂ ਨਾ, ਤਾਂ ਪਾਕਿਸਤਾਨ ਦੇ ਨਾਲ ਕੁਛ ਨਾ ਕੁਛ ਹੁੰਦਾ। ਚਲੋ ਇਹ ਜਿਹੜਾ ਪਹਿਲਗਾਮ ਵਾਲਾ ਜਿਹੜਾ ਸੀਗਾ ਅਲੱਗ ਸੀਗਾ। ਹੁਣ ਮੋਦੀ ਜੀ ਨੇ ਗੱਲ ਕਹੀ ਹੈ ਕਿ ਅਸੀਂ ਉਹਨਾਂ ਨੂੰ ਸਬਕ ਸਿਖਾਤਾ, ਗਰੰਟੀ ਤਾਂ ਕਦੇ ਨਹੀਂ ਲਈ ਕਿ ਇਹ ਦੁਬਾਰਾ ਨਹੀਂ ਹੋਏਗਾ। ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਦੇ DGMOs ਵੱਲੋਂ ਆਈਆਂ ਕਾਲਸ ਕਿ ਸਾਡੇ ਤੇ ਅਟੈਕ ਨਾ ਕਰੋ, ਸਾਡਾ ਪਹਿਲਾਂ ਲਾਸ ਹੋ ਗਿਆ, ਉਸ ਤੋਂ ਬਾਅਦ ਅਸੀਂ ਬੰਦ ਕੀਤਾ। ਬਟ ਟਰੰਪ ਵਾਲੀ ਗੱਲ ਦੇ ਉੱਤੇ ਫਿਰ ਉਹ ਜਿਹੜਾ ਸਕਿਪ ਕਰ ਗਏ ਉਹਨੂੰ। हाँ, और राहुल गांधी ने बहुत अहम नुक्ते पे वार किया, क्योंकि शायद एक लौते पॉलिटिशियन हैं ऑपोजिशन कैंप के जिन्होंने इस बात को उठाया, वो भी पार्लियामेंट में, कि आपने एस्केलेशन लैडर का जो है वो थ्रेशोल्ड बढ़ा दिया। आपने बोला कि अगर हिंदुस्तान पे कोई भी दहशतगर्दी हमला होगा तो इसका जवाब ऐसा ही होगा। मतलब क्या हर बार आप पे हमला होगा कोई भी दहशतगर्द, आप क्या जवाब में जंग कीजिएगा? और फिर अगर आप कर रहे हैं तो फिर आपने यू हैव टर्न्ड इट अराउंड, कि जो आपका एक थ्रेट परसेप्शन होता है, जो आपका एक डिटेरेंस होता है, जिसका जो कॉन्सेप्ट है, यू हैव टर्न्ड इट ऑन इट्स हेड। कि मतलब अब आप कोई भी दहशतगर्द अगर चाहे हिंदुस्तान जंग में जाए, उसको बस एक हमला करना होता है। और ये बहुत अहम मुद्दा था जिसपे उन्होंने बहुत मैं कहता हूँ कि बहुत इफेक्टिव, वो बहुत शार्प इफेक्टिव बोले। हाँ, इफेक्टिव बोले। ਅਸਲ ਵਿੱਚ ਰਾਹੁਲ ਗਾਂਧੀ ਦਾ ਅੱਗੇ ਫਿਊਚਰ ਕੀ ਹੈ ਨਹੀਂ ਪਤਾ, ਬਟ ਲੀਡਰ ਆਫ ਆਪੋਜੀਸ਼ਨ ਬਣਨ ਤੋਂ ਬਾਅਦ ਕੁਝ ਮੁੱਦਿਆਂ ਤੇ ਸਰਕਾਰ ਨੂੰ ਉਹਨਾਂ ਨੇ ਘੇਰਿਆ ਲਗਾਤਾਰ। ਬਿਲਕੁਲ। ਆਪਰੇਸ਼ਨ ਸਿੰਦੂਰ ਜਿਹੜਾ ਸੀਗਾ, ਲਗਾਤਾਰ 2 ਦਿਨ ਇਹਦੇ ਤੇ ਬਹਿਸ ਹੁੰਦੀ ਰਹੀ। ਮੈਨੂੰ ਲੱਗਿਆ ਕਿਤੇ ਨਾ ਕਿਤੇ ਸਰਕਾਰ ਦੇ ਕੋਲ ਜਵਾਬ ਨਹੀਂ ਸੀ। ਸਰਕਾਰ ਦੇ ਕੋਲ ਪਾਵਰ ਹੈਗੀ ਹੈ, ਨੋ ਡਾਊਟ, ਸਰਕਾਰ ਆਪਣੇ ਹਿਸਾਬ ਨਾਲ ਮੀਡੀਆ ਮੈਨੇਜ ਕਰ ਲੈਂਦੀ ਹੈ, PRs ਹੈਗੀ ਹੈ, ਬਟ ਫੈਕਚੁਅਲ ਜਵਾਬ ਕੋਈ ਨਹੀਂ ਸੀਗਾ। ਇਹ ਮੈਂ ਦੁਬਾਰਾ ਤੁਹਾਨੂੰ ਰਿਪੀਟ ਕਰ ਰਿਹਾ, ਜਿਵੇਂ ਤੁਸੀਂ ਦੱਸਿਆ ਟਰੰਪ ਵਾਲੀ ਕੋਈ ਗੱਲ ਨਹੀਂ ਹੋਈ। ਬਿਲਕੁਲ। ਟਰੰਪ ਦਾ ਹਾਂ, ਜੇ ਤੁਸੀਂ ਨਹੀਂ ਉਹਨਾਂ ਨੇ ਕੀਤਾ ਸੀਗਾ, ਤੁਸੀਂ ਇਹ ਬਿਨਾਂ ਨਾਮ ਲੈ ਕਰ ਜਿਹੜੀ ਵੈਂਸ ਦੇ ਫੋਨ ਕਰਕੇ ਤੁਹਾਨੂੰ ਕਹਿ ਰਹੇ ਆ ਕਿ ਤੂੰ ਨਹੀਂ ਕਰਨਾ ਚਾਹੀਦਾ ਤੁਹਾਨੂੰ ਅਟੈਕ ਪਾਕਿਸਤਾਨ, ਉਹਨਾਂ ਨੇ ਨਾਲੇ ਵੀ ਗੱਲ ਕਹੀ ਹੈ ਜਿਹੜੀ ਉਹਦੇ 'ਚ ਜਿਹੜੀ ਤੁਸੀਂ ਦੱਸ ਰਹੇ ਹੋ ਪ੍ਰਧਾਨ ਮੰਤਰੀ ਨੇ, ਕਿ ਜਿਹੜੀ ਵੈਂਸ ਨੇ ਮੈਨੂੰ ਦੱਸਿਆ ਕਿ ਪਾਕਿਸਤਾਨ ਤੁਹਾਡੇ ਤੇ ਵੱਡਾ ਹਮਲਾ ਕਰਨ ਵਾਲਾ। ਹਾਂ, ਤੇ ਉਹਨਾਂ ਨੇ ਫਿਰ ਕਹਿੰਦੇ, ਮੈਂ ਕਿਹਾ ਕਿ ਅਸੀਂ ਉਹ ਤੋਂ ਵੀ ਵੱਡਾ ਕਰਾਂਗੇ। ਹਾਂ, ਸੋ ਇਹ ਜਿਹੜੀਆਂ ਗੱਲਾਂ ਨੇ, ਇਹ ਹੁਣ ਤੁਸੀਂ ਇਹ ਤਾਂ ਦੱਸਦਾ ਜਿਹੜੀ ਵੈਂਸ ਵਾਲਾ, ਬਟ ਟਰੰਪ ਵਾਲੇ ਤੇ ਨਹੀਂ ਬੋਲੇ। ਹਾਂ, तो ये भी एक अपने आप क्वेश्चन मार्क है, ये उनका नाम बोलना ही बहुत कुछ बोल रहे हैं। और ये बहुत अहम बात है, क्योंकि आपने प्रियंका गांधी का जिक्र किया। मैं प्रियंका गांधी का वो स्पीच का भी एक छोटा सा हिस्सा मैं चलाना चाहूँगा, बहुत ही छोटा है क्लिप, लेकिन जिस तरह से बातें हुई और दोनों भाई बहन में बहुत अच्छा तालमेल मुझे दिखा। चूज करना मुश्किल हो रहा था किसने बेहतर बोला। हाँ, मुझे लगा कि राहुल गांधी ने अब तक जितने भाषण दिए हैं, जितने मैंने देखे हैं 2004-05 से, उनमें सबसे असरदार उनका बॉडी लैंग्वेज देखने लायक था। काफी एग्रेसिव, लेकिन बहुत ही रिस्ट्रेंड, कम बोले हैं। इधर घुमा फिरा के वो महादेव का फोटो लगा के ये शिव जी है, ये वो, ये सब कुछ नहीं बोला। कोई ड्रामा नहीं था उस हिसाब से देखा जाए तो, लेकिन बहुत इफेक्टिव और बहुत शार्प सवाल पूछा। मुझे ऐसा लगा कि किसी सीनियर फौजी ने जरूर ब्रीफ किया है, क्योंकि स्पेक्ट्रम वॉरफेयर जो है लैंड में, आसमान में, स्पेक्ट्रम में, डिजिटल स्पेस में, ये सब चीज़ें जो हैं टेक्निकल टर्म्स वो फौजियों को या सिक्योरिटी एक्सपर्ट्स को मालूम होता है कि पॉलिटिशियन से हम उम्मीद नहीं रखते हैं। तो इसीलिए अच्छे से ब्रीफिंग लिया होगा राहुल गांधी साहब ने। ये बहुत असरदार बोला। मुझे लगा है कि राहुल गांधी का अब से अभी तक का बेहतरीन स्पीच था ये। प्रियंका गांधी वाला हिस्सा हम थोड़ा सा चला देते हैं। 26 परिवार उजड़ गए, 26 लोगों को अपने परिवार के सदस्य के सामने मारा गया। 26 बेटे, पति, पिता गुजर गए। उनमें से 25 भारतीय थे। जितने भी लोग बैसारन वैली में थे,
और जो 25 भारतीय मारे गए उनके लिए कोई सुरक्षा नहीं थी, कोई सुरक्षा नहीं थी। आप कितने भी ऑपरेशन कर डालें, आप इस सच्चाई के पीछे छुप नहीं सकते, इसे नकार नहीं सकते। आपने उनको सुरक्षित नहीं किया। कोई शर्म नहीं है, कोई शर्म नहीं है, कोई शर्म नहीं है और ना कभी होगी। सुन लीजिए, सुबह भी मैं शिव मंत्र बोल के आई हूँ। ये जो बात जगदीप कि उन्होंने बोला कि एक नेपाली सिटीजन थे और 25 इंडियंस थे, उन्होंने बोला 25 भारतीय मारे गए, तो बीजेपी की तरफ से बोला कि हिंदू मारे गए, और उन्होंने पलट के बोला कि भारतीय मारे गए, है ना। तो भारतीय होने का एक डेफिनेशन किया हिंदू है सिर्फ, क्योंकि बीजेपी कैंप से आता रहता है। उन्होंने वो शायद दिखाने की कोशिश कर रहे थे कि जिन धर्म पूछ के मारा गया था तो हिंदू मारे गए, एक मुसलमान मारा गया जो कि लोकल था, लेकिन उन्होंने बोला कि सब मिलाकर के 25 इंडियंस थे और एक नेपालीज था। वो ये जो फर्क मुझे लगा कि ये स्पीच के जरिए और ये पॉज लेकर के बोला 25 भारतीय मारे गए, ये बहुत अहम चीज थी कि आज के हिंदुस्तान में जब नेशनैलिटी आपकी धर्म के बेसिस पे बताने की कोशिश हो रही है एस्टैब्लिशमेंट की तरफ से, वहां पर ये याद दिला देना इंडियंस को कि भारतीय मारे गए, धर्म कोई भी हो, वो मेरे ख्याल से बहुत अहम था। बिल्कुल, ये मैं ਤੁਹਾਡੇ ਨਾਲ ਇਹੀ ਗੱਲ ਕਰਨੀ ਸੀ। ਜਦੋਂ ਇਹ ਅਟੈਕ ਹੋਇਆ ਮੈਂ ਉੱਥੇ ਸੀਗਾ, ਉਦੋਂ ਸਭ ਤੋਂ ਪਹਿਲੀ ਜਿਹੜੀ ਖਬਰ ਆਈ, ਜਿਹੜੀ ਚਲਾਈ ਗਈ, ਬੜਾ ਬੁਰੀ ਤਰ੍ਹਾਂ ਨਾਲ ਚਲਾਈ ਗਈ, ਮੈਂ ਕਹਾਂਗਾ ਕਿ ਜੀ ਉਹਨਾਂ ਨੇ ਧਰਮ ਪੁੱਛ ਕੇ ਮਾਰਾ ਗਿਆ, ਪਹਿਲੀ ਖਬਰ ਇਹ ਸੀ ਹੈਡਲਾਈਨ। ਤੇ ਉਸ ਤੋਂ ਬਾਅਦ ਇਹਨੂੰ ਕਾਊਂਟਰ ਕੀਤਾ ਕਿ ਨਹੀਂ, ਉਹ ਕਾਊਂਟਰ ਕਿਹਨੇ ਕੀਤਾ? ਜਿਹੜੇ ਉਹਨਾਂ ਦੇ ਪਰਿਵਾਰ ਸੀਗੇ, ਜਿਹੜੇ ਬੰਦੇ ਜਿਹੜੇ ਵਿਕਟਮ ਸੀ, ਉਹਨਾਂ ਦੇ ਪਰਿਵਾਰ ਨੇ ਕਿਹਾ ਇਦਾਂ ਦੀ ਕੋਈ ਗੱਲ ਨਹੀਂ ਹੋਈ ਉੱਥੇ। ਬਟ ਇਹਨੂੰ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਸਪੈਸੀਫਿਕ ਧਰਮ ਦੇ ਉੱਤੇ ਅਟੈਕ ਕੀਤਾ ਗਿਆ, ਉਹਨੂੰ ਨੈਸ਼ਨਲਿਜ਼ਮ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਦਾ ਰਿਟੋਰਿਕ ਇੱਕ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦਾ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ। ਬਟ ਉਹ ਜਦੋਂ ਉਹ ਵਿਕਟਮਸ ਦੇ ਜਿਹੜੇ ਪਰਿਵਾਰ ਸਾਹਮਣੇ ਆਏ ਤਾਂ ਉਹ ਤਾਂ ਜਿਹੜਾ ਨੈਰੇਟਿਵ ਸੀਗਾ ਉਹ ਥੋੜ੍ਹਾ ਡਾਊਨ ਹੋ ਗਿਆ। ਬਟ ਜਿਸ ਤਰ੍ਹਾਂ ਇਹ ਕਿਹਾ ਹੁਣ ਕਿ 25 ਭਾਰਤੀ ਸੀਗੇ, ਇੱਕ ਨੇਪਾਲੀ ਸੀਗਾ, ਇਹ ਬਹੁਤ ਅਹਿਮ ਜਿਹੜੀ ਗੱਲ ਹੈ। ਇਹ ਬੀਜੇਪੀ ਦੇ ਜਿਹੜੇ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਹੈ। ਤੁਸੀਂ ਦੇਖੋ 25-26 ਲੋਕ ਮਾਰੇ ਗਏ ਨੇ, 26 ਇੰਡੀਆ ਦੀ ਧਰਤੀ ਤੇ ਮਾਰੇ ਗਏ ਨੇ, ਟੈਰਰਿਸਟ ਅਟੈਕ ਮਾਰੇ ਗਏ ਨੇ। ਤੇ ਜਦੋਂ ਕੋਈ ਅਟੈਕ ਹੁੰਦਾ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਅਟੈਕ ਇਹ ਪੁੱਛ ਕੇ ਕਰਦਾ ਕਿ ਕਿਹੜੇ ਧਰਮ ਦੇ। ਅਟੈਕ ਇਜ਼ ਅਟੈਕ, ਉਹ 'ਚ ਕੋਈ ਵੀ ਮਾਰਿਆ ਜਾ ਸਕਦਾ। ਸੋ ਤੁਹਾਡੀ ਗੱਲ ਸਹੀ ਹੈ ਕਿ ਸਾਡੀ ਜਿਹੜੀ ਨੈਸ਼ਨੈਲਿਟੀ ਹੈ ਉਹ ਕਿਸੇ ਇੱਕ ਸਪੈਸੀਫਿਕ ਧਰਮ ਤੋਂ ਨਹੀਂ ਅਸੀਂ ਉਹਨੂੰ ਡਿਫਾਈਨ ਕਰ ਸਕਦੇ। ਉਹਦੇ ਵਿੱਚ ਸਾਰੇ ਇੰਡੀਅਨਸ ਨੇ, ਇੰਡੀਅਨਸ ਹੀ ਮਾਰੇ ਗਏ ਨੇ ਜੀ। ਸੋ ਇਹ ਜਿਹੜੀ ਗੱਲ ਆ, ਜਿਹੜਾ ਬੀਜੇਪੀ ਦਾ ਮੈਂ ਤੁਹਾਨੂੰ ਪਹਿਲੇ ਦੱਸ ਕੇ ਹਟਿਆ ਕਿ ਪਾਕਿਸਤਾਨ ਵਰਸਸ ਜਦੋਂ ਇੰਡੀਆ ਕਰਾਇਆ ਜਾਂਦਾ, ਮਤਲਬ ਇੱਕ ਸਕੀਮ, ਇੱਕ ਪਲਾਨਿੰਗ ਹੈ ਕਿ ਜਸਟ ਟੂ ਸੈਟ ਦੀ ਨੈਰੇਟਿਵ ਸੈੱਟ ਕਰਨ ਦੀ। ਸੋ ਉਹ ਕਿਤੇ ਨਾ ਕਿਤੇ ਉੱਥੇ ਵੀ बैकफुट ਤੇ ਰਿਹਾ पार्लियामेंट ਦੇ ਵਿੱਚ ਜੀ, ਉਹਨੂੰ ਉਸ ਤਰ੍ਹਾਂ ਨਾਲ ਦੱਸ नहीं पा रहे हो। वो बात बिल्कुल आपकी सही है, क्योंकि अमित शाह ने भी ये बात कही और मोदी साहब ने भी मतलब इशारों में बताने की कोशिश की कि अगर पाकिस्तान अगर प्रताड़ित है तो फिर यहाँ पर लोगों को क्यों प्रॉब्लम हो रहा है, यानी पार्लियामेंट में ऑपोजिशन क्यों सवाल कर रही है। क्योंकि मोदी साहब ने पार्लियामेंट सेशन शुरू होने से पहले बाहर प्रेस में आकर के 18 मिनट का अपना भाषण दिया लगभग, बोले कि ये विजयोत्सव होगा वहाँ, कि हम जीते ऑपरेशन सिंदूर में। और राहुल गांधी ने मेरे ख्याल से इस नुक्ते पे उन्होंने पकड़ा है कि आप तो कह रहे हैं कि ये ऑनगोइंग है, लेकिन फिर आपने जो है कह दिया कि हम जीते भी, जीते तो फिर ये ऑनगोइंग कैसे है ना। तो ये बात। दूसरा ये कि जो राजनाथ सिंह ने परसों अपने स्पीच में बोला था कि शुरू किया हमने, टोटल 22 मिनट का ऑपरेशन था सिंदूर। बिल्कुल। हमने 1:35 को पाकिस्तान के डीजीएमओ को फोन करके इंडिया के डीजीएमओ ने बता दिया था कि वी डोंट वांट टू एस्केलेट दिस, दीज आर नॉन एस्केलेटरी स्ट्राइक्स। ये अगले दिन प्रेस कॉन्फ्रेंस में भी बोल दिया था, जो एक्सटर्नल अफेयर्स मिनिस्टर, जो फॉरेन सेक्रेटरी विक्रम मिस्री, उन्होंने भी ये बात कह दी थी। राहुल गांधी साहब ने ये अच्छा सवाल किया कि अगर आप बता रहे हैं अपने एंड से ही कि ये नॉन एस्केलेटरी है, यानी आपने तो उनको बता दिया कि आपका पॉलिटिकल विल नहीं है। बिल्कुल बिल्कुल। तो क्या फौज का इस्तेमाल सिर्फ मोदी साहब की इमेज को सुधारने के लिए किया गया, ये उन्होंने ये इल्ज़ाम लगाया है। और इसमें मुझे लगता है कि ये एनालिस्ट भी बात कर रहे थे कि अल्टीमेटली पर्पस क्या था। अगर आपके जहाज गिरे सही में, जो कि अब 2 सीनियर ऑफिसर्स ने बोल दिया, CDS अनिल चौहान और जो इंडिया के डिफेंस अटैचे इंडोनेशिया में इंडियन नेवी के कैप्टन शिव कुमार, दोनों ने बोला कि हाँ, मतलब वो शायद मेन चीज़ नहीं है, लेकिन क्या सीखा हमने। तो ये पॉलिटिकल एस्टैब्लिशमेंट का विल नहीं था, ये एक अहम मुद्दा है जगदीप। और मुझे लगता है कि चलिए मोदी साहब के हिमायती जो है सपोर्टर्स है, वो तो यही बात कहेंगे कि भाई देखिए उन्होंने धो दिया, इंदिरा गांधी ने क्या किया था, अब तो सारा लोग निकाल रहे हैं कि भाई इंदिरा गांधी कितनी कमज़ोर थी वगैरह वगैरह, वो सब हम छोड़ देते हैं। लेकिन पार्लियामेंट में कल
ऑपोजिशन हावी रहा, मुझे ऐसा लगता है, और मोदी साहब का शायद सबसे खराब बयान था इस बार कि बेअसर था। मुझे तो बिल्कुल कोई फील नहीं हुआ, ना मुझे कुछ हैरत हुई, मुझे लगा कि बहुत थक गए थे। मैं ਤੁਹਾਨੂੰ ਦੱਸ ਦਿਆਂ, ਮੈਂ ਤੁਹਾਨੂੰ ਦੋ ਚੀਜ਼ਾਂ ਐਡ ਕਰਦਾ। ਇਹ ਨਹੀਂ, ਇਹ ਤੋਂ ਪਹਿਲਾਂ ਵੀ ਜਿਹੜਾ ਪਾਰਲੀਮੈਂਟ ਦਾ ਪਿਛਲਾ ਸੈਸ਼ਨ ਵੀ ਹੋਇਆ ਉਹਦੇ ਵਿੱਚ ਵੀ ਕੋਈ ਦਮ ਦਿਖਿਆ ਨਹੀਂ। ਕਿਉਂ? ਕਿਉਂਕਿ ਦੇਖੋ ਇੱਕ ਨਾ ਬਬਲ ਹੁੰਦੀ ਹੈ, ਉਹ ਫਟ ਜਾਂਦੀ ਹੈ ਕਦੇ ਨਾ ਕਦੇ। ਨੋ ਡਾਊਟ ਤੁਹਾਡੀ ਗੱਲ ਸਹੀ ਹੈ ਕਿ ਠੀਕ ਹੈ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਹੋ ਕਹਿ ਸਕਦੇ, ਬਟ ਆਪਾਂ ਜੇ ਐਜ਼ ਅ ਜਰਨਲਿਸਟ ਉਹਨੂੰ ਉਸ ਜਗ੍ਹਾ ਨਾਲ ਦੇਖੀਏ, ਕਿਤੇ ਨਾ ਕਿਤੇ ਕਮਜ਼ੋਰ ਬੈਕਫੁੱਟ ਤੇ ਦਿਖ ਰਹੀ ਹੈ ਵੀ ਚੀਜ਼। ਤੁਸੀਂ ਕਹਿੰਦੇ ਕੁਛ ਹੋ, ਕਰਦੇ ਕੁਛ ਹੋ, ਦੱਸਦੇ ਕੁਛ ਹੋ, ਐਕਚੁਅਲ 'ਚ ਕੁਛ ਹੁੰਦਾ। ਸੋ ਜਦ ਤੱਕ ਤੁਸੀਂ ਫੈਕਚੁਅਲ ਗੱਲ ਨਹੀਂ ਕਰਦੇ, ਤੁਸੀਂ ਕਿਹਾ ਕਿ ਆਪਰੇਸ਼ਨ, ਜਿਵੇਂ ਤੁਸੀਂ ਗੱਲ ਕੀਤੀ ਆਪਰੇਸ਼ਨ ਸਿੰਦੂਰ ਚੱਲ ਰਿਹਾ, ਫਿਰ ਜਿੱਤ ਕਿੱਦਾਂ ਗਿਆ? ਚੱਲ ਰਿਹਾ, ਤੁਸੀਂ ਡਿਕਲੇਅਰ ਕਿੱਦਾਂ ਕਰਦਾ ਕਿ ਉਹ ਜਿੱਤ ਗਿਆ? ਜੇ ਚੱਲ ਰਿਹਾ ਤਾਂ ਫਿਰ ਦੱਸਣ ਦੀ ਵੀ ਕੀ ਲੋੜ ਹੈ ਕਿ ਚੱਲ ਰਿਹਾ, ਕਿਉਂਕਿ ਇਹ ਤਾਂ ਸੀਕ੍ਰੇਟ ਆਪਰੇਸ਼ਨ ਹੈ ਜੀ। ਉਸ ਤੋਂ ਪਹਿਲਾਂ ਤੁਸੀਂ ਜਿਹੜੀ ਨਾਨ ਐਸਕਲੇਟਰੀ ਗੱਲ ਦੱਸ ਰਹੇ ਹੋ ਪਾਕਿਸਤਾਨ ਨੂੰ, ਤੁਸੀਂ ਕਹਿ ਰਹੇ ਹੋ ਕਿ ਅਸੀਂ ਜੀ ਤੁਹਾਡੇ ਤੇ ਅਟੈਕ ਕਰਨ ਲੱਗੇ ਹਾਂ, ਤੇ ਇਹਦਾ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਦੱਸ ਕੇ ਅਟੈਕ ਕਰ ਰਹੇ ਹੋ, ਜਾਂ ਫਿਰ ਇਹ ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਡੈਮੇਜ ਹੋ ਗਿਆ? ਹੋ ਸਕਦਾ ਉੱਥੇ ਕੋਈ ਹੋਵੇ ਨਾ ਹੋਵੇ, ਹੋ ਸਕਦਾ ਉਹਨੇ ਪਹਿਲਾਂ ਤੋਂ ਉਹਨਾਂ ਨੂੰ ਭੇਜਦਾ ਹੋਵੇ, ਇਹ ਵੀ ਤੁਹਾਨੂੰ ਨਹੀਂ ਪਤਾ। ਆਪਾਂ ਆਰਮੀ ਤੇ ਕੋਈ ਕੁਐਸਚਨ ਨਹੀਂ ਕਰ ਸਕਦਾ, ਆਪਾਂ ਨਹੀਂ ਕਰਦੇ, ਉਹਨਾਂ ਨੇ ਤਾਂ ਲੜਨਾ ਹੀ ਹੈ। ਬਟ ਗੱਲ ਤੁਹਾਡੀ ਪੋਲੀਟੀਕਲ ਵਿਲ ਦੀ ਹੈ, ਕਿਤੇ ਨਾ ਕਿਤੇ ਪੋਲੀਟੀਕਲ ਵਿਲ ਦੇ ਕੁਐਸਚਨ ਜਿਹੜਾ ਹੈਗਾ। ਤੇ ਦੂਸਰਾ, ਇਹਨੂੰ ਐਡਰੈਸ ਕਰਨ ਦੇ ਵਿੱਚ, ਇਸ ਕੁਐਸਚਨ ਦਾ ਜਵਾਬ ਦੇਣ ਦੇ ਵਿੱਚ ਕਿਤੇ ਨਾ ਕਿਤੇ बीजेपी पछड़ी है, ਇਹਦੇ ਵਿੱਚ ਕੋਈ ਸ਼ੱਕ ਨਹੀਂ ਗੱਲ। और जो चलिए, मैं तो इस बात पे मैं 100% यकीन करता हूँ कि जो ऑपरेशन सिंदूर में CDS अनिल चौहान ने बोला कि 2 दिनों तक हमारी एयरफोर्स जो है वो ज़मीन पर रही, मतलब उससे तो यही मतलब निकलेगा कि 2 दिन बाद हमने वो जो स्ट्रेटेजिक मिस्टेक था, हमारा गलतियां थी, उनको सुधार के हम दोबारा उड़े, इस बार हमें रोक नहीं पाए, क्योंकि हमने लाहौर में कहते हैं कि उनका एक एयर डिफेंस का वो सेटअप उड़ा दिया था। उसके बाद फिर जो मिसाइल्स भेजे गए उसका कोई मतलब उनके पास जवाब नहीं था उसमें। चलिए, आई एम विलिंग टू एक्सेप्ट 100% कि ऑपरेशन सिंदूर में चलिए जो हम कोशिश कर रहे थे उनके टारगेट्स को जाकर के हमला करके दिखाना, नेस्तनाबूद करना, वो हमने किया, मान लेते हैं। लेकिन फिर क्या उसी पे बात खत्म हो गई? क्या इंटेंट आपको ये नहीं दिखा? क्योंकि उस प्रेशर से ही मुझे प्रॉब्लम अब मुझे समझ में आ रहा है धीरे धीरे कि अगर हम बोल रहे हैं कि नॉन एस्केलेटरी, फिर हमने किया क्यों? ये क्या अचीव किया? क्या टेररिज्म का प्रॉब्लम हल हो गया? मैं ਉਹੀ ਤੁਹਾਨੂੰ ਗੱਲ ਦੱਸ ਰਹੀ ਕਿ ਤੁਸੀਂ ਕਿਹਾ ਕਿ ਅਸੀਂ ਆਪਰੇਸ਼ਨ ਕਰਤਾ, ਗਰੰਟੀ ਕਿੱਥੇ ਹੈ ਕਿ ਦੁਬਾਰਾ ਨਹੀਂ ਹੋਏਗਾ? ਤੁਸੀਂ ਜਾਂ ਤਾਂ ਉਹਨਾਂ ਦਾ ਜਿਹੜਾ ਟੈਰਰ ਨੈਟਵਰਕ ਹੈ ਉਹਨੂੰ ਤੁਸੀਂ ਖਤਮ ਕੀਤਾ ਹੁੰਦਾ, ਉਹਦੀ ਗਰੰਟੀ ਕੀ ਹੁੰਦੀ ਸਾਡੇ ਕੋਲ? ਹੁਣ ਇਸ਼ੂ ਤਾਂ ਇਹੀ ਹੈ ਨਾ, ਜਦੋਂ ਤੁਸੀਂ ਕੁਐਸਚਨ ਪੁੱਛੋਗੇ ਤਾਂ ਤੁਹਾਨੂੰ ਕਿਹਾ ਜਾਂਦਾ ਤੁਸੀਂ ਐਂਟੀ ਨੈਸ਼ਨਲ ਹੋ। ਹਾਂ, ਬਿਲਕੁਲ। ਜਿਹੜਾ ਓਪੋਜੀਸ਼ਨ ਦਾ ਕੁਐਸਚਨ ਪੁੱਛੇਗਾ ਉਹਨੂੰ ਕਹੇ ਤੁਸੀਂ ਰਾਜਨੀਤੀ ਕਰਦੇ ਹੋ। ਮੈਂ ਸਾਰੇ ਪਾਰਟੀਆਂ ਨੂੰ ਪੁੱਛਦਾ, ਜਦੋਂ ਪਾਵਰ ਦੇ ਵਿੱਚ ਹੁੰਦੀ ਹੈ, ਚਾਹੇ ਕੋਈ ਵੀ ਪਾਰਟੀ, ਉਹ ਕੀ ਕਰਦੀਆਂ ਨੇ? ਉਹ ਵੀ ਤਾਂ ਰਾਜਨੀਤੀ ਕਰਕੇ ਹੀ ਤਾਂ ਸਰਕਾਰ ਦੇ ਵਿੱਚ ਆਈ ਹੈ ਨਾ। ਹਾਂ, ਬਿਲਕੁਲ। ਹਰੇਕ ਮੁੱਦੇ ਦੇ ਉੱਤੇ ਰਾਜਨੀਤੀ ਕਰਕੇ ਹੀ ਸਰਕਾਰ 'ਚ ਹੈ ਨਾ। ਰਾਜਨੀਤੀ ਤੁਹਾਡਾ ਪੇਸ਼ਾ ਹੈ, ਤੇ ਜੇ ਤੁਸੀਂ ਕਰਦੇ ਹੋ ਕਿਉਂ ਨਹੀਂ ਕਰਨਗੇ? ਪਰ ਕਿਉਂ ਨਹੀਂ ਕਰਨੀ ਚਾਹੀਦੀ? ਬਿਲਕੁਲ। ਸੋ ਇਹੀ ਪ੍ਰੋਬਲਮ ਹੈ ਉੱਥੇ। ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਸਵਾਲ ਪੁੱਛਦੇ ਹੋ ਜਾਂ ਤੁਸੀਂ ਕੋਈ ਫੈਕਟ ਲੈ ਕੇ ਜਾਂਦੇ ਹੋ, ਤੁਸੀਂ ਐਂਟੀ ਨੈਸ਼ਨਲ, ਤੁਹਾਨੂੰ ਟ੍ਰੋਲ ਕੀਤਾ ਜਾਏਗਾ। ਓਪੋਜੀਸ਼ਨ ਦਾ ਕੋਈ ਲੀਡਰ ਸਵਾਲ ਪੁੱਛੇਗਾ, ਉਹ ਉਹਨੂੰ ਕਹਿਣਗੇ ਤੁਸੀਂ ਸਾਡਾ ਰਾਜਨੀਤੀਕਰਨ ਕਰਦੇ ਹੋ ਇਸ ਚੀਜ਼ ਦਾ, ਤੇ ਫਿਰ ਸਵਾਲ ਕਿਹਨੂੰ ਪੁੱਛਿਆ ਜਾਏਗਾ? ਇੰਡੀਆ ਦੇ ਵਿੱਚ ਉਲਟਾ ਹੋ ਰਿਹਾ ਹੈ। ਜਦੋਂ ਬਾਕੀ ਜਿਹੜੇ ਡੈਮੋਕ੍ਰੇਸੀਜ਼ ਹੈ ਨਾ ਵਰਲਡ ਦੇ ਵਿੱਚ, ਉਹਦੇ ਵਿੱਚ ਜਿਹੜੀ ਸਰਕਾਰ ਆ ਉਹਨੂੰ ਤੁਸੀਂ ਇੱਕ ਜ਼ਿੰਮੇਵਾਰ ਠਹਿਰਾਉਣਾ ਹੁੰਦਾ, ਉਹਦੀ ਇੱਕ ਅਕਾਊਂਟੇਬਿਲਿਟੀ ਹੁੰਦੀ ਹੈ। ਇੰਡੀਆ ਦੇ ਵਿੱਚ ਉਲਟਾ ਹੋ ਰਿਹਾ ਹੈ। ਆਪੋਜੀਸ਼ਨ ਇੰਡੀਆ ਦੇ ਵਿੱਚ ਸਾਰਾ ਮੀਡੀਆ ਆਪੋਜੀਸ਼ਨ ਨੂੰ ਕੁਐਸਚਨ ਕਰਦਾ, ਉੱਥੇ ਸਰਕਾਰ ਨੂੰ ਕੁਐਸਚਨ ਨਹੀਂ ਕੀਤਾ ਜਾਂਦਾ। ਹੁਣ ਜਿਹੜਾ ਤੁਸੀਂ ਆਪਰੇਸ਼ਨ ਸਿੰਦੂਰ ਦੀ ਗੱਲ ਕੀਤੀ ਹੈ ਕਿ ਇਹ 'ਚ ਮਿਲਿਆ ਕੀ ਸਾਨੂੰ, ਇਟ ਇਜ਼ ਕੁਐਸਚਨ, ਇਟ ਇਜ਼ ਲਾਈਕ ਅੰਡਰ ਕੁਐਸਚਨ, ਕੀ ਮਿਲਿਆ? ਇਨ ਕੁਐਸਚਨ ਹੈ। ਮੈਨੂੰ ਨਹੀਂ ਲੱਗਦਾ ਕੁਛ ਮਿਲਿਆ। ਮੈਂ ਉਹ ਕਹਿੰਦਾ ਕੀ ਤੁਸੀਂ ਗਰੰਟੀ ਲੈ ਕੇ ਆਏ ਉੱਥੋਂ ਕਿ ਹੁਣ ਦੁਬਾਰਾ ਨਹੀਂ ਹੋਏਗਾ ਜੀ, ਅੱਗੇ ਜੋ ਹੋਣਾ ਸੀ ਹੋ ਗਿਆ, ਅੱਗੇ ਤੋਂ ਅਸੀਂ ਇਨਸ਼ੋਰ ਕਰਦੇ ਹਾਂ। ਪਾਕਿਸਤਾਨ ਦਾ ਮੈਂ ਕਿਤੇ ਬਿਆਨ ਨਹੀਂ ਦੇਖਿਆ। ਤੁਸੀਂ ਦੇਖੋ ਜਦੋਂ ਇਹ ਸਾਰਾ ਕੁਛ ਹੋਇਆ, ਉਸ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਫੀਲਡ ਮਾਰਸ਼ਲ ਨੇ ਅਸੀਮ ਮੁਨੀ ਸਾਹਿਬ, ਉਹ ਟਰੰਪ ਗਏ ਵਾਈਟ ਹਾਊਸ, ਨੋਬੈਲ ਪ੍ਰਾਈਜ਼ ਕੇ ਲਈ, ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਲੋਨ ਵੀ ਮਿਲਿਆ। ਤੁਸੀਂ ਅਚੀਵ ਕੀ ਕੀਤਾ? ਡਿਪਲੋਮੈਟਿਕਲੀ ਦੇਖੋ, ਡਿਪਲੋਮੈਟਿਕਲੀ ਸਾਨੂੰ ਕਿਸੇ ਕੰਟਰੀ ਨੇ ਖੁੱਲ੍ਹ ਕੇ ਜਿਹੜਾ ਉੱਥੇ ਸਮਰਥਨ ਦਿੱਤਾ, ਜੋ ਮਰਜ਼ੀ ਕਹਿਣ ਸਾਨੂੰ ਕਿ UN ਦੇ ਵਿੱਚ ਸਾਨੂੰ ਸਿਰਫ 3 ਕੰਟਰੀਆਂ ਨੇ ਜੋ ਕਿ UN ਦੀ ਗੱਲ ਕੀਤੀ ਪ੍ਰਧਾਨ ਮੰਤਰੀ ਨੇ, ਬਟ ਖੁੱਲ੍ਹ ਕੇ ਸਾਡੇ ਕਿਸੇ ਗੁਆਂਢੀ ਨੇ ਸਾਡਾ ਸਾਥ ਨਹੀਂ ਦਿੱਤਾ। ਬੰਗਲਾਦੇਸ਼ ਨੇ ਕਦੇ ਖੁੱਲ੍ਹ ਕੇ ਸਟੇਟਮੈਂਟ ਨਹੀਂ ਦਿੱਤੀ, ਚਾਈਨਾ ਨੇ ਕਦੇ ਖੁੱਲ੍ਹ ਕੇ ਸਟੇਟਮੈਂਟ ਨਹੀਂ ਦਿੱਤੀ, ਸਾਡਾ ਗੁਆਂਢੀ ਹੈ। ਚਲੋ ਚਾਈਨਾ ਦਾ ਫਿਰ ਪਾਕਿਸਤਾਨ ਦਾ ਇੱਕ, श्रीलंका ने भी नहीं दिया, ਸ਼੍ਰੀਲੰਕਾ ਨੇ ਜਵਾਬ ਨਹੀਂ ਦਿੱਤਾ। ਸ਼੍ਰੀਲੰਕਾ ਨੂੰ ਜਦ ਕਿ ਤੁਸੀਂ ਸੰਭਾਲਿਆ ਪਹਿਲਾਂ, ਜਦੋਂ ਨੇਪਾਲ ਤੱਕ ਨੇ ਨਹੀਂ ਗਿਆ, ਤੁਹਾਡੇ ਜਿਹੜੇ ਛੋਟੇ ਨੇ। ਸੋ ਇਹਦੇ ਵਿੱਚ ਇੱਕ ਬਹੁਤ ਵੱਡੀ, ਜਦੋਂ ਮੈਂ ਇਹਨੂੰ ਪੜ੍ਹਿਆ ਸੀ, ਮੈਂ ਉੱਥੋਂ ਆ ਰਿਹਾ ਸੀ, ਮੈਂ ਇੱਕ ਐਨਾਲਿਸਿਸ ਪੜ੍ਹ ਰਿਹਾ ਸੀ ਕਿਸੇ ਦਾ, ਇੰਡੀਆ ਦੀ ਫੋਰਨ ਪਾਲਿਸੀ ਬਾਰੇ। ਇੰਡੀਆ ਦੀ ਫੋਰਨ ਪਾਲਿਸੀ ਜਿਹੜੀ ਡਿਪਲੋਮੈਟਿਕਲੀ, ਕਿਉਂਕਿ ਲੜਾਈ ਸਿਰਫ ਮੈਦਾਨ 'ਚ ਨਹੀਂ ਲੜੀ ਜਾਂਦੀ, ਇੱਕ ਲੜਾਈ ਬਾਹਰ ਵੀ ਲੜੀ ਜਾਂਦੀ ਹੈ, ਡਿਪਲੋਮੈਟਿਕਲੀ ਲੜੀ ਜਾਂਦੀ ਹੈ। ਹੁਣ ਡਿਪਲੋਮੈਟਿਕਲੀ ਜਦੋਂ ਪੁੱਛਿਆ ਜਾਂਦਾ, ਜੈ ਸ਼ੰਕਰ ਸਾਹਿਬ ਬੜੇ ਐਜੂਕੇਟਡ ਨੇ, ਬੜੇ ਪੜ੍ਹੇ ਲਿਖੇ ਜਿਹੜੇ ਸਾਡੇ ਫੋਰਨ ਮਿਨਿਸਟਰ ਨੇ, ਬਟ ਇਸ਼ੂ ਇਜ਼ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਉਹ ਵੀ ਫੰਬਲ ਕਰਦੇ ਨੇ ਇਸ ਗੱਲ ਦੇ ਉੱਤੇ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਗੁਆਂਢੀ ਨੇ ਉਹ ਕਿਉਂ ਨਹੀਂ ਬਿਆਨ ਦੇ ਰਹੇ। ਜੇ ਤੁਸੀਂ ਆਪਾਂ ਸਹੀ ਹੈ, ਸਾਡੇ ਤੇ ਟੈਰਰਿਸਟ ਅਟੈਕ ਹੋਇਆ, ਬਾਕੀ ਸਾਰੇ ਗੁਆਂਢੀਆਂ ਨੂੰ ਇੱਕ ਸੁਰ ਦੇ ਵਿੱਚ ਕਹਿਣਾ ਚਾਹੀਦਾ ਕਿ ਗਲਤ ਹੋਇਆ।
ਬਟ ਇਸ ਵਾਰ ਅਜਿਹਾ ਨਹੀਂ ਹੋਇਆ। ਤੁਸੀਂ ਦੇਖਿਆ ਨਾ, ਮੈਂ ਨਹੀਂ ਕੋਈ ਸਟੇਟਮੈਂਟ ਦੇਖੀ ਕਿਸੇ ਵੱਡੀ ਕੰਟਰੀ ਦੀ। ਟਰੰਪ ਸਾਹਿਬ ਦਾ ਮੈਂ ਤਾਂ ਉਹੀ ਦੇਖਿਆ ਬਾਅਦ ਚੋਂ ਜਿਹੜਾ ਬਿਆਨ ਆਇਆ ਕਿ ਮੈਂ ਸੀਜ਼ਫਾਇਰ ਕਰਵਾਤੀ ਹੈ। ਫਿਰ ਲੜਾਈ ਜਦੋਂ ਇੱਕ ਐਸਕੇਲੇਸ਼ਨ ਤਾਂ ਹੋ ਹੀ ਗਈ ਸੀ, ਉਹਨਾਂ ਨੇ ਉਧਰੋਂ ਸਾਡੇ ਤੇ ਅਟੈਕ ਕੀਤਾ, ਇੱਧਰੋਂ ਉਹਨਾਂ ਨੇ ਅਟੈਕ ਕੀਤਾ, ਐਸਕੇਲੇਸ਼ਨ ਤਾਂ ਹੈ ਹੀ ਹੈ ਇੱਕ ਤਰ੍ਹਾਂ ਦੀ। ਬਟ ਉਹ ਗੱਲ ਫਿਰ ਅਲਟੀਮੇਟਲੀ ਸਾਰਾ ਕੁਝ ਕਰਕੇ ਡਿਪਲੋਮੈਟਿਕਲੀ ਵੀ ਮਤਲਬ ਤੁਸੀਂ ਮਿਲਟਰੀਲੀ ਵੀ ਆਏ ਕਿੱਥੇ? ਜ਼ੀਰੋ, ਰਿਜ਼ਲਟ ਇਜ਼ ਜ਼ੀਰੋ। ਸੋ ਇਹ ਕੁਐਸਚਨ ਤਾਂ ਬਣਦੇ, ਪਰ ਹੁਣ ਕੁਐਸਚਨ ਉੱਤੇ ਪੁੱਛੇ ਜਾ ਰਹੇ ਲੀਡਰ ऑफ ऑपोजिशन, ये प्रॉब्लम है। वही है, तो मतलब सवाल तो मेरे ख्याल से ऑपोजिशन ने अच्छे पूछे हैं। अखिलेश यादव के भी मैं देख रहा था, अच्छे सवाल हैं, ये ऑपोजिशन को पूछने ही चाहिए, किसी भी जिम्मेदार पार्टी को भी पूछना चाहिए, लीडर को पूछना चाहिए। सरकार का रवैया ये है, क्योंकि सरकार को भी समझ में आ गया कि मीडिया ये एम्पलीफाई करेगा सरकार की आवाज़ को, कि कोई सवाल पूछ रहा है तो फिर वो पाकिस्तान का साथ दे रहे हैं, पाकिस्तान आसिम मुनीर साहब के साथ कोई राहुल गांधी का कार्टून बना करके बीजेपी ने अपने ऑफिशियल हैंडल से छोड़ दिया कि मतलब उनको मजा आ रहा है, देश का नुकसान हो रहा है। तो ये ऑपोजिशन गद्दार हैं, देश के हित में नहीं बोलती है, ना काम करती है। ये धीरे धीरे पब्लिक को समझाने की कोशिश जो हो रही है, मीडिया पूरी तरह से उसमें साथ दे रहा है। लेकिन मुझे पहली बार ऐसा क्यों लगा जगदीप कि इस बार थोड़ा सा जो है इसमें इतना कोशिश करने के बाद भी इतना असरदार नहीं साबित हुआ है। पिछले कई टाइम तो असरदार नहीं हो रहा। मैं तो पिछले सैशन ਦੀ ਵੀ ਗੱਲ, ਜਿਹੜੇ ਵੋਟਾਂ ਪਈਆਂ 2024 ਚ ਲੋਕ ਸਭਾ ਇਲੈਕਸ਼ਨ ਹੋਏ ਨੇ, ਬੀਜੇਪੀ ਦਾ ਸਲੋਗਨ ਸੀਗਾ ਕਿ 300 ਪਾਰ 400 ਪਾਰ, ਬਟ ਉਹ ਮੈਜੋਰਟੀ ਮਾਰਕ ਨਹੀਂ ਪਾਰ ਕਰ ਸਕੇ, 240 ਤੇ ਰਹਿ ਗਏ। ਸੋ ਉਸ ਦਿਨ ਤੋਂ ਬਾਅਦ ਹੁਣ ਤੱਕ ਉਹ ਜਿਹੜਾ ਜਾਦੂ ਸੀਗਾ ਉਹ ਨਹੀਂ ਬਿਖੇਰਿਆ ਨਹੀਂ ਜਾ ਰਿਹਾ। ਉਹ ਇੱਕ ਜਿਹੜਾ ਰਿਟੋਰਿਕ ਸੈੱਟ ਕਰਦੇ ਸੀ, ਜਿਹੜਾ ਨੈਰੇਟਿਵ ਸੈੱਟ ਕਰਦੇ ਸੀਗੇ, ਉਹ ਕਿਤੇ ਨਾ ਕਿਤੇ ਦੇ ਆਰ ਲੈਗਿੰਗ ਬਿਹਾਈਂਡ। ਉਹ ਗੱਲ ਨਹੀਂ ਹੋ ਰਹੀ ਜੋ ਪਹਿਲਾਂ ਹੁੰਦੀ ਸੀਗੀ। ਕਾਰਨ ਕੀ ਹੈ ਕਿ ਜਦੋਂ ਤੁਸੀਂ ਇੱਕ ਚੀਜ਼ ਨੂੰ ਫੀਡ ਕਰਨਾ, ਕਿਉਂਕਿ ਇੰਡੀਅਨ ਜਿਹੜਾ ਮੀਡੀਆ ਬਹੁਤ ਐਕਸਪੋਜ਼ ਹੋ ਚੁੱਕਿਆ ਹੈ ਜੀ, ਬੁਰੀ ਤਰ੍ਹਾਂ ਸੇ। ਇੰਡੀਅਨ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ, ਲੈਗੇਸੀ ਮੀਡੀਆ ਦੋਨੋਂ ਆਪਾਂ ਕਹੀਏ, ਉਹ ਬੜਾ ਹੀ ਐਕਸਪੋਜ਼ ਹੋ ਚੁੱਕਿਆ ਹੈ। ਮੈਂ ਤੁਹਾਨੂੰ ਦੱਸਦਾ, ਮਨੀ ਜਦੋਂ ਸਾਰਾ ਚੱਲ ਰਿਹਾ ਸੀ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ, ਮੈਂ ਲਗਾਤਾਰ ਇੰਡੀਆ ਦੇ ਆਪਣੇ ਕੁਝ ਜਰਨਲਿਸਟ ਦੋਸਤਾਂ ਨਾਲ ਬਣਿਆ ਹੋਇਆ ਸੀ। ਸਭ ਤੋਂ ਬੈਸਟ ਰਿਪੋਰਟਿੰਗ ਜੇ ਕਿਸੇ ਨੇ ਕੀਤੀ ਤਾਂ YouTube ਦੇ ਜਿਹੜੇ ਛੋਟੇ ਛੋਟੇ ਰਿਪੋਰਟਰ ਸੀਗੇ ਲੋਕਲ, ਉਹਨਾਂ ਨੇ ਕੀਤੀ, ਔਰ ਫੈਕਚੁਅਲ ਸੀਗੀ। ਉਹਨਾਂ ਨੇ ਕੁਝ ਵੀ ਗਲਤ ਨਹੀਂ ਦੱਸਿਆ। ਉਹ ਜਿੱਥੇ ਕੁਝ ਦੇ ਗਿਆ, ਉਹ ਪਿੰਡਾਂ ਦੇ ਵਿੱਚ ਗਿਆ ਹੋਇਆ ਸੀ ਜਿੱਥੇ ਸਾਰਾ ਕੁਝ ਹੋ ਰਿਹਾ ਸੀ। ਬਿਲਕੁਲ ਗਰਾਊਂਡ ਰਿਪੋਰਟਿੰਗ YouTube ਦੇ ਛੋਟੇ ਛੋਟੇ ਰਿਪੋਰਟਰਸ ਨੇ ਕੀਤੀ, ਨਾ ਕਿ ਵੱਡੇ ਵੱਡੇ ਚੈਨਲਸ ਵਾਲਿਆਂ ਨੇ। ਵੱਡੇ ਚੈਨਲਸ ਤੇ ਕੀ ਹੋਇਆ ਕਿ ਲਾਹੌਰ ਦੇ ਉੱਤੇ ਕਬਜ਼ਾ ਹੋ ਗਿਆ, ਕੋਈ ਕੁਝ ਕਹਿ ਰਿਹਾ, ਤੁਸੀਂ ਦੇਖਿਆ ਇਹ ਸਾਰਾ ਕਿੰਨਾ ਵੱਡਾ ਮਜ਼ਾਕ ਬਣਿਆ ਬਾਅਦ ਚੋਂ। ਸੋ ਉਹ ਮੀਡੀਆ ਬਿਲਕੁਲ ਐਂਪਲੀਫਾਈ ਕੀਤਾ ਉਹਨਾਂ ਨੇ ਸਾਰੀ ਚੀਜ਼ਾਂ ਨੂੰ, ਕਿ ਐਂਪਲੀਫਾਈ ਕਰਨਾ ਹੀ ਹੁੰਦਾ ਉਹਨਾਂ ਨੇ, ਦੂਜੇ ਨੂੰ ਗਦਾਰ ਬਣਾਉਣਾ ਹੁੰਦਾ। ਸੋ ਕਿਤੇ ਨਾ ਕਿਤੇ ਹੁਣ ਲੋਕਾਂ ਨੂੰ ਸਮਝ ਆਉਣ ਲੱਗ ਗਿਆ ਕਿ ਸਾਨੂੰ ਜਿਹੜੀ ਗਲਤ ਇਨਫੋਰਮੇਸ਼ਨ ਫੀਡ ਕੀਤੀ ਜਾ ਰਹੀ है, मीडिया इज एक्सपोज्ड नाउ कम्प्लीटली। लेकिन फिर भी मेन स्ट्रीम मीडिया में, इंडियन एक्सप्रेस जैसे अखबारों में ये बात ज़रूर छपा है, और आज के अखबारों में आया, आज का मतलब हमारा आज, उनका तो कल ही था, कि जो 22 बच्चे अनाथ हुए पूंछ रजौड़ी में, जो शेलिंग हुई पाकिस्तान की तरफ से पहलगाम हादसे के बाद और ऑपरेशन सिंदूर के दौरान, 22 बच्चे जो अनाथ हुए, उन सब की तालीम का खर्चा राहुल गांधी ने उठा दिया है। उन्होंने बोला कि अब इन बच्चों का जो है भविष्य बनाने में वो मदद करेंगे। पहली बार तो नहीं किया है, क्योंकि वो निर्भया वाले बिल्कुल, हाँ, निर्भया के भाई को भी पायलट बनाया राहुल गांधी, वो बहुत सालों बाद उनकी माँ ने बताया इनफैक्ट। तो ये काम पहले कर सके। लेकिन ये न्यूज़ छपा है इंडियन एक्सप्रेस में, और शायद टाइम्स ऑफ इंडिया में मैंने देखा है, वो न्यूज़ तो छपा है, ट्रिब्यून में भी छपा है पंजाब में, लेकिन उतना शायद नहीं उसको माइंड स्पेस मिला है या फिर कॉलम स्पेस मिला है जितना अगर मोदी साहब ऐसा कर दे तो हाँ, बिल्कुल। लेकिन फिर भी शायद कुछ लोगों को तो ऐसा लगा है कि पहली बार शायद 11 सालों में मोदी साहब की लीडरशिप पर सवाल उठा है और कमज़ोर दिखे हैं। मुझे बस इस बात की चिंता है कि ऐसे दौर में भारत को सशक्त और मजबूत होकर के निकलना था, लेकिन लीडरशिप बड़ा कमज़ोर मुझे दिखा है जगदीप। ਬਿਲਕੁਲ, ਤੁਸੀਂ ਡਿਪਲੋਮੈਟਿਕਲ ਦੀ ਆਪਾਂ ਉਹੀ ਗੱਲ ਕਰ ਰਹੇ ਹਾਂ ਨਾ, ਆਪਾਂ ਤੁਸੀਂ ਵਰਲਡ ਸਟੇਜ ਤੇ ਤੁਹਾਡਾ ਕੀ ਤੁਹਾਡੀ ਪੋਜੀਸ਼ਨ ਸੀਗੀ। ਤੁਹਾਡੇ ਨਾਲ ਕੋਈ ਕੰਟਰੀ ਨੇ ਡਾਇਰੈਕਟਲੀ ਨਹੀਂ ਕਿਹਾ, ਇੱਕ ਇਜ਼ਰਾਈਲ ਨੇ ਤੁਹਾਨੂੰ ਬਿਆਨ ਦਿੱਤਾ। ਇਜ਼ਰਾਈਲ ਨੇ ਬਿਆਨ ਦੇਣ ਦੇ ਆਪਣੇ ਕਾਰਨ ਨੇ, ਉਹਦੇ ਆਪਣੇ ਕਾਰਨ ਨੇ, ਕਿਉਂਕਿ ਇਜ਼ਰਾਈਲ ਦੇ ਉੱਤੇ ਕੁਐਸਚਨ ਉੱਠ ਰਹੇ ਨੇ। ਉਹਦਾ ਬਿਆਨ ਦੇਣਾ ਤੁਹਾਡੇ ਲਈ ਕਿਸੇ ਨਾ ਕਿਤੇ ਹੋ ਸਕਦਾ। ਬਟ ਨਿਊਟਰਲ ਜਿਹੜੀਆਂ ਕੰਟਰੀ, ਜਿਹਨੂੰ ਆਪਾਂ ਨਿਊਟਰਲ ਤਾਂ ਖੈਰ ਨਹੀਂ, ਬਟ ਇੱਕ ਪਰਸੈਪਸ਼ਨ ਹੈ ਜਿੰਨੀ ਨਿਊਟਰਲ ਹੋਣ ਦੀ, ਵੱਡੀਆਂ ਕੰਟਰੀਜ਼, ਕਿਸੇ ਨੇ ਤੁਹਾਡੇ ਫੇਵਰ ਦੇ ਵਿੱਚ ਇੱਕ ਵਾਰ, ਇਹ ਵੱਡਾ, ਇਹ ਤੁਹਾਡਾ ਡਿਪਲੋਮੈਟਿਕ ਫੇਲੀਅਰ ਹੈ। ਇਹ ਤੁਸੀਂ ਇਹ ਨਾ ਸਮਝੋ ਕਿ ਅਸੀਂ ਮਿਲਟਰੀਲੀ ਠੀਕ ਹੈ, ਤੁਸੀਂ ਕੁਝ ਅਚੀਵ ਕੀਤਾ ਕਿ ਨਹੀਂ ਕੀਤਾ, ਉਹ ਤੁਸੀਂ ਕੁਐਸਚਨ ਕਰ ਹੀ ਲਿਆ ਕਿ ਉਹ ਅਚੀਵ ਕੀ ਕੀਤਾ, ਬਟ ਡਿਪਲੋਮੈਟਿਕਲੀ ਵੀ ਅਸੀਂ ਕੀ ਅਚੀਵ ਕੀਤਾ, ਇਹ ਵੀ ਬਹੁਤ ਵੱਡਾ ਕੁਐਸਚਨ ਹੈ। ਇੱਥੋਂ ਪੋਲੀਟੀਕਲ ਵਿਲ ਦਾ ਪਤਾ ਲੱਗਦਾ ਹੈ। ਮੈਂ ਤੁਹਾਨੂੰ ਦੁਬਾਰਾ ਫਿਰ ਰਿਪੀਟ ਕਰਦਾ ਕਿ ਇੱਕ ਲੜਾਈ ਤਾਂ ਜੰਗ ਦੇ ਮੈਦਾਨ 'ਚ ਲੜੀ ਜਾਂਦੀ ਹੈ, ਇੱਕ ਜਿਹੜੀ ਬਾਹਰ ਡਿਪਲੋਮੈਟਿਕਲ ਲੜਾਈ ਲੜੀ ਜਾਂਦੀ ਹੈ, ਉਹਨੂੰ ਸਾਹਮਣਾ ਵੀ ਉਨਾ ਹੀ। ਕਰਗਿਲ ਵਾਰ ਦੇ ਵਿੱਚ ਜਿਹੜਾ ਹੋਇਆ, ਕਰਗਿਲ ਦੇ ਵਿੱਚ ਜਦੋਂ ਹੋਇਆ ਸੀਗਾ, ਕਰਗਿਲ ਦੇ ਵਿੱਚ ਮੈਨੂੰ ਯਾਦ ਹੈ ਕਿ ਉੱਥੇ ਇੱਕ ਮਿਲਟਰੀ ਤੇ ਉੱਥੇ ਜਿਹੜਾ ਸਿਵਲ ਜਿਹੜੇ ਫੋਰਨ ਸੈਕਟਰੀ ਦੇ ਸਾਰੇ ਉਸ ਲੈਵਲ ਦੇ ਲੋਕ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਸੀਗੇ, ਜਿਹੜੇ ਫੋਰਨ ਮਿਨਿਸਟਰੀ ਦੇ ਲੋਕ ਹੁੰਦੇ ਸੀਗੇ,
ਤੇ ਉੱਥੇ ਉਹਨਾਂ ਨੇ ਜਿਹੜਾ ਡਿਪਲੋਮੈਟਿਕਲੀ ਬੜੇ ਤਰੀਕੇ ਨਾਲ ਉਹਨੂੰ ਜਿਹੜਾ ਹੈਂਡਲ ਕੀਤਾ। ਕਾਰਗਿਲ ਵਾਰ ਜਿਹੜੀ ਸੀਗੀ ਜਿੰਨੀ ਕੁ ਉਹ ਉੱਪਰ ਜਿੱਤੀ ਗਈ ਉਨੀ ਕੀ ਉਹ ਡਿਪਲੋਮੈਟਿਕਲੀ ਵੀ ਕੀਤੀ ਗਈ। ਪੂਰੇ ਵਰਲਡ ਨੇ ਉਸ ਸਮੇਂ ਇੰਡੀਆ ਦੀ ਸਪੋਰਟ ਕੀਤੀ ਸੀ ਜੀ, ਇਹ ਆਪਾਂ ਨੂੰ ਮੰਨਣਾ ਪਏਗਾ। ਹਾਲਾਂਕਿ ਸਰਕਾਰ ਕਿਹਦੀ ਵੀ ਹੋਵੇ ਬਟ ਇਹ ਫੈਕਟ ਸੀਗਾ। ਬਟ ਉਹਨੇ ਨਾਲ ਕੰਪੇਅਰ ਕਰੋ ਇਹਨੂੰ ਆਪਰੇਸ਼ਨ ਸੰਦੂਰ ਨੂੰ। ਤੁਸੀਂ ਦੇਖੋ ਇੱਕ ਸਾਡੇ ਜਿਹੜੇ ਮਿਸਤਰੀ ਸਾਹਿਬ ਸੀਗੇ ਉਹਨਾਂ ਨੂੰ ਟ੍ਰੋਲ ਕੀਤਾ ਗਿਆ ਬਾਅਦ ਜਦੋਂ ਉਹਨਾਂ ਨੇ ਅੱਗੇ ਸੀਜ਼ਫਾयर। बिल्कुल बिल्कुल, अरे उनकी बेटी वायर के लिए लिखती हैं, इस तरह का जो है वो अजीब किस्म का। हाँ, और ये मेरे ख्याल से ये इसीलिए मतलब जो अगर ऐसा हो रहा है और सरकार चुप्पी साधी हुई है, अपने ही फॉरेन सेक्रेटरी को जलील किया जा रहा है, तो आई थिंक वो भी एक एक्नॉलेजमेंट ऑफ वीकनेस है बिल्कुल कि सरकार अब उस नैरेटिव खुद के नैरेटिव को भी शायद कंट्रोल नहीं कर पा रही है। तो डिस्टर्बिंग है, लेकिन हमें बातचीत करती रहनी पड़ेगी शायद इस मुद्दे पर। जगदीप बहुत शुक्रिया आज आपने टाइम